वाहिगुरू जी का खालसा वाहिगुरू जी की फतेह। ਅੱਜ ਪਹੁੰਚੇ ਹਾਂ ਜੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਤਪ ਸਥਾਨ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ, ਜਿੱਥੇ ਉਹਨਾਂ ਨੇ ਬਹੁਤ ਲੰਬਾ ਸਮਾਂ ਬੈਠ ਕੇ ਤਪ ਕੀਤਾ ਔਰ ਦੁਨੀਆ ਨੂੰ ਤਾਰਨ ਵਾਸਤੇ ਸਹਾਈ ਹੋਏ। ਸੋ ਅੰਦਰ ਜਾ ਕੇ ਗੱਲ ਕਰਾਂਗੇ ਕਿ ਗੁਰੂ ਲਾਧੋਰੇ ਦਿਵਸ ਜੋ ਮਨਾਇਆ ਜਾ ਰਿਹਾ ਹੈ ਉਹ ਕਦੋਂ ਅਤੇ ਕਿਸ ਤਰ੍ਹਾਂ ਉਸ ਦਿਨ ਨੂੰ ਇਹ ਦਿਨ ਮਨਾ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਕੀਤਾ ਜਾਂਦਾ ਹੈ। ਸੋ ਆਓ ਚੱਲੀਏ ਅੰਦਰ ਔਰ ਅੰਦਰ ਜਾ ਕੇ ਗੱਲ ਕਰਦੇ ਹਾਂ ਭਾਈ ਸਾਹਿਬ ਜੀ ਦੇ ਨਾਲ ਕਿ ਇਹ ਦਿਨ ਕਦੋਂ ਅਤੇ ਕਿਵੇਂ ਮਨਾਇਆ ਜਾਂਦਾ ਹੈ। ਹੁਣ ਗੱਲ ਕਰਾਂਗੇ ਇੱਥੋਂ ਦੇ ਪ੍ਰਬੰਧਕ ਸਾਹਿਬਾਨ, ਦੇਖਦੇ ਹਾਂ ਕਿ ਇਤਿਹਾਸ 'ਤੇ ਚਾਨਣਾ ਪਾਉਣ ਵਾਸਤੇ ਕਿਹੜੇ ਸਿੰਘ ਸਾਹਿਬ ਨੇ, ਉਹਨਾਂ ਦੇ ਨਾਲ ਗੱਲ ਕਰਦੇ ਹਾਂ ਜੀ। ਆਓ ਅੰਦਰ ਚੱਲਦੇ ਹਾਂ, ਗੱਲ ਕਰਾਂਗੇ ਜੀ। ਭਾਈ ਬਲਦੇਵ ਸਿੰਘ ਜੀ ਓਗਰਾ ਜੋ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਕਥਾਵਾਚਕ ਨੇ। ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਦਿਹਾੜਾ ਆ ਰਿਹਾ ਅੱਗੇ, ਗੁਰੂ ਲਾਧੋਰੇ ਦਿਵਸ ਜਿਹੜਾ ਆ ਰਿਹਾ, ਉਹਨਾਂ ਦੇ ਸੰਬੰਧ ਦੇ ਵਿੱਚ ਆਪ ਜੀ ਕੋਲੋਂ ਇਤਿਹਾਸ ਦੇ ਨਾਲ ਜਿਹੜੀ ਸਾਂਝ ਪਾਉਣੀ ਚਾਹਾਂਗੇ ਕਿ ਇਹ ਦਿਵਸ ਕਦੋਂ ਆ ਰਿਹਾ ਔਰ ਇਹ ਕਿਸ ਯਾਦ ਦੇ ਵਿੱਚ ਮਨਾਇਆ ਜਾਂਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਤਪ ਸਥਾਨ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਆਪ ਜੀ ਨੂੰ ਜਿੱਥੇ ਜੀਵ ਆਇਆ ਆਖਿਆ ਜਾਂਦਾ ਹੈ, ਉੱਥੇ ਨਾਲ ਗੁਰਲਾਧੋਰੇ ਦਿਵਸ ਜੋ ਕਿ ਹਰ ਸਾਲ ਲਗਾਤਾਰ ਪੂਰਨਮਾਸੀ ਜੋ ਕਿ ਰੱਖੜ ਪੁੰਨਿਆਂ ਦੇ ਦਿਹਾੜੇ ਦੇ ਉੱਤੇ ਬਹੁਤ ਵੱਡੇ ਪੱਧਰ 'ਤੇ ਇੱਥੇ ਗੁਰਲਾਧੋਰੇ ਦਿਵਸ ਮਨਾਇਆ ਜਾਂਦਾ। ਦੂਰ ਦੁਰਾਡੇ ਤੋਂ ਚੱਲ ਕੇ ਸੰਗਤਾਂ ਇਸ ਅਸਥਾਨ 'ਤੇ ਪਹੁੰਚਦੀਆਂ ਨੇ ਔਰ ਇਹ ਪੁਰਬ ਇਸ ਅਸਥਾਨ 'ਤੇ ਵੱਡੇ ਪੱਧਰ 'ਤੇ ਕਿਉਂ ਮਨਾਇਆ ਜਾਂਦਾ, ਇਹਦੀ ਕੀ ਮਹਾਨਤਾ ਹੈ। ਉਹਦਾ ਮੁੱਖ ਕਾਰਨ ਇਹ ਹੈ ਕਿ ਇੱਕ ਸਮੇਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਆਪਣੇ ਨਾਨਕਿਆਂ ਦੇ ਪਿੰਡ ਬਾਬਾ ਬਕਾਲਾ ਸਾਹਿਬ ਵਿਖੇ ਰਹਿ ਰਹੇ ਸਨ। ਇੱਥੇ ਹੀ ਮਾਤਾ ਨਾਨਕੀ ਜੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮਾਤਾ ਜੀ ਨੇ ਜੀ, ਉਹਨਾਂ ਦਾ ਇਹ ਪੇਕਾ ਪਿੰਡ ਸੀ ਜਿੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆ ਕੇ ਰਹਿਣਾ ਕੀਤਾ ਜੀ। 26 ਸਾਲ ਦੇ ਕਰੀਬ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਇਸ ਅਸਥਾਨ 'ਤੇ ਰਹਿੰਦਿਆਂ ਹੋ ਗਏ ਸਨ। ਉਧਰ 30 ਮਾਰਚ 1664 ਈਸਵੀ ਨੂੰ ਜਦੋਂ ਦਿੱਲੀ ਦੀ ਧਰਤੀ 'ਤੇ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਜੋਤੀ ਜੋਤ ਸਮਾਏ, ਸਿੱਖ ਸੰਗਤਾਂ ਨੇ ਬੜੇ ਪਿਆਰ ਤੇ ਸਤਿਕਾਰ ਸਹਿਤ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਪੁੱਛਿਆ ਕਿ ਆਪ ਜੀ ਤੋਂ ਬਾਅਦ ਅਗਲਾ ਆਪ ਜੀ ਦਾ ਉੱਤਰਾਧਿਕਾਰੀ ਗੁਰੂ ਨਾਨਕ ਦੀ ਗੱਦੀ ਦਾ ਵਾਰਸ ਕੌਣ ਹੋਵੇਗਾ। ਤੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਚਲਦਿਆਂ ਚਲਦਿਆਂ ਮੁਖ ਤੋਂ ਆਵਾਜ਼ ਕੱਢ ਕੇ ਇਹ ਬਚਨ ਕਹੇ, ਬਾਬਾ ਬਸੇ ਗ੍ਰਾਮ ਬਕਾਲੇ ਬਨ ਗੁਰ ਸੰਗਤ ਸਕਲ ਸੰਭਾਲੇ, ਕਿ ਅਗਲਾ ਗੁਰੂ ਨਾਨਕ ਦੀ ਗੱਦੀ ਦਾ ਵਾਰਸ ਰਹਿਬਰ ਜਿਹੜਾ ਉਹ ਬਾਬੇ ਬਕਾਲੇ ਦੀ ਧਰਤੀ 'ਤੇ ਹੈ। ਵੈਸੇ ਵੀ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਕਹੇ ਹੋਏ ਬੋਲਾਂ ਦੇ ਅਨੁਸਾਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਰਿਸ਼ਤੇ ਵਿੱਚ ਵੀ ਬਾਬਾ ਜੀ ਲੱਗਦੇ ਸਨ। ਵੱਡਿਆਂ ਨੂੰ ਸਤਿਕਾਰ ਸਹਿਤ ਬਾਬਾ ਜੀ ਕਹਿ ਕੇ ਪੁਕਾਰਿਆ ਜਾਂਦਾ ਸੀ ਔਰ ਇਸੇ ਬਾਬੇ ਬਕਾਲੇ ਦੀ ਧਰਤੀ ਵੱਲ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਅਗਲੇ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਦਾ ਇਸ਼ਾਰਾ ਕੀਤਾ ਔਰ ਉਧਰ ਧੀਰਮਲ ਜੋ ਕਰਤਾਰਪੁਰ ਸਾਹਿਬ ਵਿਖੇ ਰਹਿ ਰਹੇ ਸਨ, ਹੋਰ ਬਹੁਤ ਸਾਰੇ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਜੋ ਬਣਨਾ ਚਾਹੁੰਦੇ ਸਨ, ਉਹਨਾਂ ਨੇ ਇਸ ਸਥਾਨ 'ਤੇ ਆ ਕੇ ਵੱਖ-ਵੱਖ ਥਾਵਾਂ ਦੇ ਉੱਤੇ ਗੱਦੀਆਂ ਲਾ ਕੇ ਆਪਣੇ ਆਪੇ ਨੂੰ ਗੁਰੂ ਨਾਨਕ ਦੀ ਗੱਦੀ ਦਾ ਅਗਲਾ ਉੱਤਰਾਧਿਕਾਰੀ ਦੱਸ ਕੇ ਤੇ ਉਹਨਾਂ ਨੇ ਇਸ ਅਸਥਾਨ ਦੇ ਉੱਤੇ ਜਿਹੜਾ ਉਹ ਆਪੋ ਆਪਣੇ ਅੱਗੇ ਪ੍ਰਚਾਰ ਕਰਾਉਣਾ ਸ਼ੁਰੂ ਕਰ ਦਿੱਤਾ ਜੀ। ਸਮਾਂ ਲੰਘਦਾ ਗਿਆ। ਕੁਝ ਸਮੇਂ ਦੇ ਬਾਅਦ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਵੀ ਇੱਥੇ ਰਹਿ ਰਹੇ ਸਨ, ਮਾਤਾ ਨਾਨਕੀ ਜੀ ਵੀ ਇੱਥੇ ਸਨ ਔਰ ਮਾਤਾ ਗੁਜਰ ਕੌਰ ਜੀ ਵੀ ਇਸੇ ਅਸਥਾਨ 'ਤੇ ਸਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਇਕਾਂਤਵਾਸ ਹੋ ਕੇ ਰੱਬ ਦੀ ਭਗਤੀ ਕਰ ਰਹੇ ਸਨ, ਪਰ ਧੀਰਮਲ ਜਿਹੜਾ ਸੀ ਜਿਹਦੇ ਕੋਲ ਉਸ ਵਕਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਉਹ ਪਾਵਨ ਪਵਿੱਤਰ ਸਰੂਪ ਮੌਜੂਦ ਸੀ,
ਜਿਹੜਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਹਿਲੀ ਵਾਰੀ ਸ੍ਰੀ ਅੰਮ੍ਰਿਤਸਰ ਦੀ ਪਾਵਨ ਪਵਿੱਤਰ ਧਰਤੀ ਤੇ ਭਾਈ ਗੁਰਦਾਸ ਜੀ ਪਾਸੋਂ ਲਿਖਵਾਇਆ ਤੇ ਆਪ ਉਚਾਰਨ ਕੀਤਾ। ਉਹ ਪਾਵਨ ਪਵਿੱਤਰ ਸਰੂਪ ਧੀਰਮਲ ਦੇ ਕੋਲ ਹੋਣ ਕਰਕੇ ਉਹ ਬਾਰ-ਬਾਰ ਇਸ ਗੱਲ ਦਾ ਇੱਥੇ ਦਾਅਵਾ ਕਰ ਰਿਹਾ ਸੀ ਔਰ ਇੱਥੋਂ ਤੱਕ ਧੀਰਮਲ ਨੇ ਆਪਣੀ ਇਸ ਇਲਾਕੇ ਦੇ ਵਿੱਚ ਧਾਂਕ ਵੀ ਜਮਾ ਕੇ ਰੱਖੀ ਸੀ। ਆਪਣੇ ਨਾਲ ਕੁਝ ਐਸੇ ਮਸੰਦ ਤੇ ਐਸੇ ਸੇਵਕ ਜੋੜੇ ਸਨ ਜਿਹੜੇ ਉੱਚ ਪੱਧਰ ਦੇ ਉੱਤੇ ਇਸ ਇਲਾਕੇ ਦੇ ਵਿੱਚ ਪ੍ਰਚਾਰ ਕਰਕੇ ਤੇ ਧੀਰਮਲ ਦੇ ਨਾਲ ਲੋਕਾਂ ਨੂੰ ਜੋੜ ਰਹੇ ਸਨ। ਧੀਰਮਲ ਨੇ ਵੀ ਉਹਨਾਂ ਨੂੰ ਬਹੁਤ ਵੱਡਾ ਲਾਲਚ ਦਿੱਤਾ ਹੋਇਆ ਸੀ। ਜਦੋਂ ਦਰਗਾਹ ਮੱਲ ਜੀ ਦਿੱਲੀ ਦੀ ਧਰਤੀ ਤੋਂ ਭਾਈ ਗੁਰਦਿੱਤਾ ਜੀ ਇਹ ਗੁਰਤਾ ਗੱਦੀ ਦੀਆਂ ਰਸਮਾਂ ਲੈ ਕੇ ਬਾਬੇ ਬਕਾਲੇ ਦੀ ਧਰਤੀ ਤੇ ਪਹੁੰਚੇ ਤੇ ਇਸ ਅਸਥਾਨ ਤੇ ਪਹੁੰਚਦਿਆਂ ਜਦੋਂ ਉਹਨਾਂ ਨੇ ਆ ਕੇ ਇੱਥੋਂ ਦਾ ਅੱਗੇ ਮਾਹੌਲ ਵੇਖਿਆ, ਇੱਥੋਂ ਦਾ ਵਾਤਾਵਰਣ ਦੇਖਿਆ, ਪਰ ਉਹਨਾਂ ਨੇ ਉਹ ਗੁਰਤਾ ਗੱਦੀ ਦੀਆਂ ਰਸਮਾਂ ਅੱਗੇ ਨਿਭਾਈਆਂ ਨਾ, ਕਿਉਂਕਿ ਜੇ ਉਹ ਨਿਭਾਉਂਦੇ ਸਨ ਤੇ ਧੀਰਮਲ ਆਦਿ ਵਰਗੇ ਹੋਰ ਜਿਹੜੇ ਗੱਦੀ ਦੇ ਦਾਅਵੇਦਾਰ ਇੱਥੇ ਗੁੰਡੇ ਬਣ ਕੇ ਬੈਠੇ ਸਨ ਉਹਨਾਂ ਵੱਲੋਂ ਬੜਾ ਤਗੜਾ ਬਖੇੜਾ ਕੀਤਾ ਜਾਣਾ ਸੀ। ਇਸ ਕਰਕੇ ਕੁਝ ਕੁ ਸਮਾਂ ਲੱਗਿਆ। 11 ਅਗਸਤ 1664 ਈਸਵੀ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਇਸ ਅਸਥਾਨ ਤੇ ਨੇ। ਉਧਰ ਮੱਖਣ ਸ਼ਾਹ ਲੁਬਾਣਾ ਜਿਹੜਾ ਇੱਕ ਬੜਾ ਤਗੜਾ ਵਪਾਰੀ ਸੀ, ਵਿਜੈ ਨਗਰ ਕਾਠੀਆਵਾੜ ਜ਼ਿਲ੍ਹਾ ਆਂਧਰਾ ਪ੍ਰਦੇਸ਼ ਦੇ ਅੰਦਰ ਮਦਰਾਸ ਦੇ ਕੋਲ ਜੀ, ਉੱਥੇ ਉਹਦਾ ਵਪਾਰ ਸੀ, ਜਿਹੜਾ ਖਾਸ ਕਰਕੇ ਪੁਰਤਗਾਲ ਤੇ ਹੋਰ ਫਰਾਂਸ ਆਦਿ ਵਰਗੇ ਸ਼ਹਿਰਾਂ ਦੇ ਵਿੱਚ 500 ਦੇ ਕਰੀਬ ਉਹਦੇ ਕੋਲ ਜਹਾਜ਼ ਸੀ, ਜਿਸ ਜਹਾਜ਼ ਦੇ ਰਸਤੇ ਉਹ ਆਰ ਪਾਰ ਇੱਧਰ ਉੱਧਰ ਸਮਾਨ ਜਿਹੜਾ ਸੀ ਅੱਗੇ ਪਿੱਛੇ ਸਮੁੰਦਰੀ ਜਹਾਜ਼ਾਂ ਦੇ ਰਸਤੇ ਲੈ ਕੇ ਜਾਂਦਾ ਸੀ। ਇੱਕ ਦਿਨ ਮੱਖਣ ਸ਼ਾਹ ਲੁਬਾਣਾ ਜੀ ਜਹਾਜ਼ ਤੇ ਆਪ ਵੀ ਸਵਾਰ ਸਨ ਤੇ ਉਹਦਾ ਜਹਾਜ਼ ਰਸਤੇ ਦੇ ਵਿੱਚ ਬਰੇਤੀ ਦੇ ਵਿੱਚ ਫਸ ਗਿਆ। ਨਾ ਜਹਾਜ਼ ਅੱਗੇ ਲੱਗੇ ਨਾ ਪਿੱਛੇ ਹੋਵੇ, ਇੱਕ ਥਾਂ ਦੇ ਉੱਤੇ ਫਸਿਆ ਹੋਣ ਕਰਕੇ ਮੱਖਣ ਸ਼ਾਹ ਲੁਬਾਣੇ ਨੂੰ ਜਦੋਂ ਪਤਾ ਲੱਗਿਆ ਕਿ ਜਹਾਜ਼ ਫਸ ਚੁੱਕਿਆ, ਉਹਨੇ ਜਹਾਜ਼ ਦੇ ਕਿਨਾਰੇ ਤੇ ਬੈਠ ਕੇ, ਕਿਉਂਕਿ ਉਹਦੇ ਵੱਡ ਵਡੇਰੇ ਗੁਰੂ ਘਰ ਦੇ ਸ਼ਰਧਾਲੂ ਸੀ, ਉਹਨੇ ਜਹਾਜ਼ ਦੇ ਕਿਨਾਰੇ ਤੇ ਬੈਠ ਕੇ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਪੜ੍ਹਿਆ, ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਆਸਰਾ ਤੱਕ ਕੇ ਅਰਦਾਸ ਕੀਤੀ, ਦਾਤਾ ਜੇ ਮੇਰਾ ਇਹ ਡੁੱਬਦਾ ਹੋਇਆ ਬੇੜਾ ਪਾਰ ਲੰਘ ਜਾਵੇ, ਮੈਂ ਆਪਣੇ ਇੱਕ ਇੱਕ ਜਹਾਜ਼ ਦੇ ਹਿਸਾਬ ਦੇ ਨਾਲ ਦਸਬੰਧ ਬਣਦਾ 500 ਮੋਹਰਾਂ ਜਿਹੜੀਆਂ ਨੇ ਉਹ ਆਪ ਜੀ ਦੇ ਮੁਬਾਰਕ ਚਰਨਾਂ ਵਿੱਚ ਭੇਟ ਕਰਾਂਗਾ। ਮੱਖਣ ਸ਼ਾਹ ਲੁਬਾਣਾ ਜੀ ਜਦੋਂ ਕੁਝ ਕੁ ਸਮਾਂ ਪਹਿਲਾਂ ਦਿੱਲੀ ਦੀ ਧਰਤੀ ਤੇ ਗਏ, ਪਤਾ ਲੱਗਿਆ ਗੁਰੂ ਨਾਨਕ ਦੀ ਗੱਦੀ ਦੇ 8ਵੇਂ ਵਾਰਸ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾ ਗਏ ਨੇ। ਉਹਨਾਂ ਤੋਂ ਬਾਅਦ ਉਹਨਾਂ ਦੀ ਗੱਦੀ ਦਾ ਵਾਰਸ ਅਗਲਾ ਬਾਬੇ ਬਕਾਲੇ ਦੀ ਧਰਤੀ ਤੇ ਹੈ। ਮੱਖਣ ਸ਼ਾਹ ਲੁਬਾਣਾ 500 ਦੇ ਕਰੀਬ, ਉਹਦੇ ਨਾਲ ਹੋਰ ਵੀ ਬਹੁਤ ਸਾਰੇ ਘੋੜਸਵਾਰ ਸਨ, ਬੜੇ ਸ਼ਾਹੀ ਠਾਠ ਬਾਠ ਦੇ ਵਿੱਚ ਰਹਿੰਦੇ ਸਨ, ਬੜਾ ਸੋਹਣਾ ਉਹਨਾਂ ਦਾ ਸਰੀਰ ਸੀ, ਡੀਲ ਡੌਲ ਚੰਗਾ ਸੀ। ਮੱਖਣ ਸ਼ਾਹ ਲੁਬਾਣਾ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਇਸ ਥਾਂ ਦੇ ਉੱਤੇ ਜਦੋਂ ਪਹੁੰਚਿਆ ਔਰ ਉਹਦੇ ਨਾਲ ਬਹੁਤ ਵੱਡਾ ਇੱਕ ਕਾਫਲਾ ਹੋਣ ਕਰਕੇ ਇੱਥੇ ਧੀਰਮਲ ਹੁਣਾਂ ਦੇ ਉੱਤੇ ਬੜਾ ਵੱਡਾ ਅਸਰ ਹੋਇਆ। ਧੀਰਮਲ ਨੇ ਸੀਹੇ ਮਸੰਦ ਨੂੰ ਅੱਗੇ ਭੇਜਿਆ। ਸੀਹੇ ਮਸੰਦ ਨੇ ਵੀ ਅਗਾਂਹ ਜਾ ਕੇ ਇਸ ਗੱਲ ਦਾ ਪ੍ਰਚਾਰ ਕੀਤਾ, ਮੱਖਣ ਸ਼ਾਹ ਲੁਬਾਣੀ ਨੂੰ ਵੀ ਦੱਸਿਆ ਕਿ ਗੁਰੂ ਨਾਨਕ ਦੀ ਗੱਦੀ ਦਾ ਅਗਲਾ ਵਾਰਸ ਧੀਰਮਲ ਹੈ। ਪਰ ਉਸ ਵਕਤ ਮੱਖਣ ਸ਼ਾਹ ਲੁਬਾਣੀ ਨੇ ਭਰੋਸਾ ਨਾ ਕੀਤਾ, ਯਕੀਨ ਨਾ ਕੀਤਾ। ਔਰ ਇੱਧਰ ਮਾਤਾ ਨਾਨਕੀ ਜੀ, ਮਾਤਾ ਗੁਜਰ ਕੌਰ ਜੀ ਪਹਿਲਾਂ ਵੀ ਕਈ ਵਾਰੀ ਸੰਗਤਾਂ ਦੇ ਕੋਲ ਦੱਸ ਚੁੱਕੇ ਨੇ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਨੇ। ਪਰ ਸੱਚ ਇਹ ਹੈ, ਇਹ ਆਪਣੇ ਆਪ ਸੰਗਤ ਵਿੱਚ ਜਾ ਕੇ ਇਹ ਪ੍ਰਚਾਰ ਕਰਨਾ ਨਹੀਂ ਚਾਹੁੰਦੇ। ਉਹਦਾ ਇੱਕ ਕਾਰਨ ਇਹ ਵੀ ਸੀ ਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਹਰ ਦੇ ਮਾਹੌਲ ਨੂੰ ਜਦੋਂ ਵੇਖ ਰਹੇ ਸਨ ਕਿ ਧੀਰਮਲ ਬੜਾ ਸਰਗਰਮ ਹੈ, ਹੋਰ ਗੱਦੀਆਂ ਦੇ ਦਾਅਵੇਦਾਰ ਜਿਹੜੇ ਨੇ ਉਹ ਬੜੇ ਸਰਗਰਮ ਬੈਠੇ ਨੇ, ਵੀ ਜੇ ਆਪਾਂ ਬਾਹਰ ਨਿਕਲ ਕੇ ਇਸ ਗੱਲ ਦੀ ਵਿਚਾਰ ਕਰਾਂਗੇ ਤੇ ਹੋ ਸਕਦਾ ਇੱਥੇ ਬਹੁਤ ਵੱਡਾ ਬਖੇੜਾ ਪੈ ਜਾਵੇ। ਤਾਂ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਸ਼ਾਂਤ ਚਿੱਤ ਬੈਠੇ ਸਨ। ਪਰ ਮੱਖਣ ਸ਼ਾਹ ਲੁਬਾਣੇ ਨੇ ਆ ਕੇ ਜਦੋਂ ਇੱਥੇ ਆ ਕੇ ਪੜਚੋਲ ਕੀਤੀ, ਧੀਰਮਲ ਨੂੰ ਪਰਖਿਆ, ਪਰ ਜਦੋਂ ਉਹਦੀ ਚੰਚਲਤਾਈ ਵੇਖੀ ਤੇ ਉਹਨੇ ਕੇਵਲ 2 ਮੋਹਰਾਂ ਹੀ ਉਹਦੇ ਅੱਗੇ ਰੱਖੀਆਂ। ਉਦੋਂ ਬਾਅਦ ਹੋਰਨਾਂ ਦੇ ਅੱਗੇ ਵੀ 2-2 ਮੋਹਰਾਂ ਰੱਖ ਕੇ ਸਾਰਿਆਂ ਨੂੰ ਮੱਖਣ ਸ਼ਾਹ ਲੁਬਾਣੇ ਨੇ ਪਰਖਿਆ। ਜਦੋਂ ਪਤਾ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਪਹੁੰਚਿਆ, ਉੱਥੇ ਜਾ ਕੇ ਵੀ 2 ਮੋਹਰਾਂ ਅੱਗੇ ਰੱਖੀਆਂ। 2 ਮੋਹਰਾਂ ਰੱਖਣ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਹੱਥ ਫੜ ਕੇ ਮੱਖਣ ਸ਼ਾਹ ਲੁਬਾਣੀ ਨੂੰ ਇਹ ਗੱਲ ਕਹੀ ਕਿ ਅਸਲ ਵਿੱਚ ਜਿੰਨੀਆਂ ਦਸਵੰਧ ਦੀਆਂ ਰਕਮਾਂ ਗੁਰੂ ਅੱਗੇ ਫਰਿਆਦ ਕੀਤੀਆਂ ਹੋਣ ਉਨੀਆਂ ਭੇਟ ਕਰਨੀਆਂ ਚਾਹੀਦੀਆਂ। 500 ਦੀ ਫਰਿਆਦ ਮੰਗ ਕੇ
ਅੱਜ ਤੁਸੀਂ ਦੋ ਭੇਟ ਕਰ ਰਹੇ ਹੋ। ਜੀ ਇਹ ਗੱਲ ਸੁਣਦਿਆਂ ਸਾਰ ਮੱਖਣ ਸ਼ਾਹ ਲੁਬਾਣਾ ਜੀ ਪਹਿਚਾਣ ਗਏ ਕਿ ਦੋ ਦੋ ਮੋਹਰਾਂ ਤਾਂ ਮੈਂ ਅੱਗੇ ਦੂਜਿਆਂ ਦੇ ਅੱਗੇ ਵੀ ਰੱਖੀਆਂ ਨੇ, ਪਰ ਉਹ ਬੋਲੇ ਨਹੀਂ ਕਿਉਂਕਿ ਉਹਨਾਂ ਨੂੰ ਇਸ ਬਾਰੇ ਪਤਾ ਨਹੀਂ ਸੀ। ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਤਾਂ ਅੰਤਰਜਾਮੀ ਸਤਿਗੁਰੂ ਨੇ, ਵਾਕਈ ਉਦੋਂ ਦੇ ਸ਼ਾਂਤ ਚਿੱਤ ਹੋ ਕੇ ਬੈਠੇ ਹੋਏ ਨੇ। ਸਾਰਾ ਕੁਝ ਜਾਣਦਿਆਂ ਹੋਇਆਂ ਵੀ ਇਹਨਾਂ ਕਦੇ ਕਿਸੇ ਲਾਗੇ ਗੱਦੀ ਦੇ ਦਾਅਵੇਦਾਰੀ ਦੀ ਵਿਚਾਰ ਨਹੀਂ ਕੀਤੀ। ਇਸ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਅੰਤਰਜਾਮੀ ਸਤਿਗੁਰੂ ਹੀ ਅਸਲੀ ਗੁਰੂ ਨੇ। ਮੱਖਣ ਸ਼ਾਹ ਲੁਬਾਣੀ ਨੇ ਕੋਠੇ ਤੇ ਚੜ੍ਹ ਕੇ ਰੌਲਾ ਪਾ ਦਿੱਤਾ, ਕਹਿਣ ਲੱਗਾ ਗੁਰ ਲਾਧੋ ਰੇ ਗੁਰ ਲਾਧੋ ਰੇ। ਜਦੋਂ ਗੁਰ ਲਾਧੋ ਰੇ ਦਾ ਹੋਕਾ ਦਿੱਤਾ, ਸੰਗਤਾਂ ਦਾ ਇੱਕਦਮ ਠਾਠਾਂ ਮਾਰਦਾ ਇਕੱਠ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਘਰ ਵਾਲੇ ਪਾਸੇ ਨੂੰ ਚੱਲ ਪਿਆ। ਬਹੁਤ ਸਾਰੀਆਂ ਭੇਟਾਵਾਂ ਮੱਖਣ ਸ਼ਾਹ ਲੁਬਾਣੀ ਨੇ ਅਤੇ ਹੋਰ ਸੰਗਤਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਭੇਟ ਕੀਤੀਆਂ। ਸਿੰਘੇ ਮਸੰਦ ਨੇ ਇੱਕ ਬੋਲੀ ਮਾਰੀ। ਸਿੰਘਾਂ ਮਸੰਦ ਕਹਿਣ ਲੱਗਾ, ਵੇਖੋ ਧੀਰਮਲ ਜੀ, ਜਿੰਨੀਆਂ ਭੇਟਾਵਾਂ ਅੱਜ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਪਹਿਲੇ ਦਿਨ ਪਹੁੰਚ ਗਈਆਂ ਨੇ, ਤੁਸੀਂ ਤੇ ਆਉਣ ਵਾਲੇ ਕਈ ਸਾਲਾਂ ਦੇ ਵਿੱਚ ਵੀ ਇੰਨਾ ਧਨ ਨਹੀਂ ਕਮਾ ਸਕਦੇ। ਇਸ ਕਰਕੇ ਧੀਰਮਲ ਦੇ ਮਨ ਵਿੱਚ ਈਰਖਾ ਦੇ ਭਾਂਬੜ ਮਚੇ। ਸਿੰਘੇ ਮਸੰਦ ਨੂੰ ਕਹਿ ਕੇ ਧੀਰਮਲ ਨੇ ਇਸ ਅਸਥਾਨ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉੱਤੇ ਗੋਲੀ ਵੀ ਚਲਾ ਦਿੱਤੀ। ਬਲਕਿ ਕੁਝ ਸਮਾਂ ਪਾ ਕੇ ਜਦੋਂ ਮੱਖਣ ਸ਼ਾਹ ਲੁਬਾਣੀ ਨੂੰ ਪਤਾ ਲੱਗਿਆ ਕਿ ਇੱਦਾਂ ਸਿੰਘਾਂ ਮਸੰਦ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਗੋਲੀ ਚਲਾ ਕੇ ਇੱਥੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਹੁਤ ਸਾਰਾ ਸਾਜੋ ਸਮਾਨ ਵੀ ਲੁੱਟ ਕੇ ਲੈ ਕੇ ਚਲਾ ਗਿਆ, ਤੇ ਨਾਲ ਦੀ ਨਾਲ ਗੁਰੂ ਸਾਹਿਬ ਜੀ ਦੇ ਘਰ ਦੇ ਵਿੱਚੋਂ ਹੋਰ ਬਹੁਤ ਸਾਰੀਆਂ ਚੀਜ਼ਾਂ ਲੁੱਟੀਆਂ ਨੇ, ਤੇ ਗੁਰੂ ਸਾਹਿਬ ਜੀ ਦੇ ਉੱਤੇ ਗੋਲੀ ਚਲਾਈ ਜਿਹੜੀ ਗੁਰੂ ਸਾਹਿਬ ਜੀ ਦੇ ਕੰਨ ਨੂੰ ਛੂਹ ਕੇ ਅੱਗੇ ਨਿਕਲ ਗਈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਲ-ਬਾਲ ਬਚੇ। ਮਾਤਾ ਨਾਨਕੀ ਜੀ ਨੇ ਅਗਾਂਹ ਵੱਧ ਕੇ ਧੀਰਮਲ ਆਦਿ ਵਰਗਿਆਂ ਨੂੰ, ਸਿੰਘੇ ਮਸੰਦ ਆਦਿ ਵਰਗਿਆਂ ਨੂੰ ਲਾਹਨਤਾਂ ਪਾਈਆਂ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਤੀ ਸੰਗਤਾਂ ਨੂੰ ਸੁਚੇਤ ਕੀਤਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇੱਕ ਵੀ ਬਚਨ ਅੱਗੋਂ ਨਾ ਕਿਹਾ। ਜਦੋਂ ਪਤਾ ਲੱਗਿਆ ਕਿ ਧੀਰਮਲ ਦੇ ਕਹਿਣ ਦੇ ਉੱਤੇ ਇਹ ਸਿੰਘੇ ਮਸੰਦ ਨੇ ਗੋਲੀ ਚਲਾਈ ਹੈ, ਤੇ ਗੁਰੂ ਸਾਹਿਬ ਜੀ ਨੇ ਕੇਵਲ ਇੰਨੇ ਬਚਨ ਕਹੇ, ਭਲੋ ਰੇ ਧੀਰਮਲ ਭਲੋ ਰੇ, ਕਿ ਤੇਰਾ ਭਲਾ ਹੋਵੇ। ਜੀ ਐ ਧੀਰਮਲ, ਤੂੰ ਸਾਡੇ ਤੇ ਗੋਲੀ ਵੀ ਚਲਵਾ ਦਿੱਤੀ, ਕੋਈ ਗੱਲ ਨਹੀਂ, ਪਰ ਫਿਰ ਵੀ ਤੇਰਾ ਭਲਾ ਹੋਵੇ। ਐਸੇ ਬਚਨ ਸਤਿਗੁਰੂ ਪਾਤਸ਼ਾਹ ਜੀ ਦੇ ਮੁਖ ਤੋਂ ਨਿਕਲੇ। ਸੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਹੁਕਮ ਸੁਣਨ ਤੋਂ ਪਹਿਲਾਂ ਹੀ ਮੱਖਣ ਸ਼ਾਹ ਲੁਬਾਣਾ ਜਾ ਕੇ ਸਿੰਘੇ ਮਸੰਦ ਨੂੰ ਪਕੜ ਕੇ ਲੈ ਕੇ ਆਉਂਦਾ, ਉਹਦੀਆਂ ਮਸ਼ਕਾਂ ਬੰਨ੍ਹ ਕੇ ਲੈ ਕੇ ਆਉਂਦਾ ਹੈ। ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਨੂੰ ਵੀ ਨਾਲ ਲੈ ਕੇ ਆਉਣਾ ਕਰਦਾ ਹੈ। ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਇਹ ਸਾਰੀ ਵਿਚਾਰ ਨੂੰ ਸੁਣਦੇ ਨੇ, ਤੇ ਗੁਰੂ ਸਾਹਿਬ ਜੀ ਨੇ ਸਿੰਘੇ ਮਸੰਦ ਦੀਆਂ ਜਿੱਥੇ ਮਸ਼ਕਾਂ ਖਿਲਾ ਦਿੱਤੀਆਂ ਉਹਨੂੰ ਮੁਆਫ ਕਰ ਦਿੱਤਾ। ਉੱਥੇ ਆਪਣਾ ਵੀ ਲੁੱਟ ਦਾ ਸਮਾਨ ਜਿਹੜਾ ਸੀ ਉਹਨਾਂ ਨੂੰ ਵਾਪਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਵੀ ਵਾਪਸ ਕਰ ਦਿੱਤੇ ਕਿ ਕੋਈ ਗੱਲ ਨਹੀਂ, ਜੇ ਤੂੰ ਗੁਰੂ ਸਾਹਿਬ ਜੀ ਦਾ ਸਰੂਪ ਰੱਖਣਾ ਚਾਹੁੰਦਾ ਹੈ ਤੇ ਬੇਸ਼ੱਕ ਰੱਖ ਲੈ। ਗੁਰੂ ਸਾਹਿਬ ਜੀ ਨੇ ਮੁਆਫ ਕਰ ਦਿੱਤਾ। ਖੈਰ 11 ਅਗਸਤ 1664 ਈਸਵੀ ਨੂੰ ਇਸ ਅਸਥਾਨ ਤੇ ਮੱਖਣ ਸ਼ਾਹ ਲੁਬਾਣੀ ਨੇ ਜੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਪ੍ਰਗਟ ਕੀਤਾ ਸੀ, ਸਮਾਂ ਪਾ ਕੇ ਮਾਤਾ ਨਾਨਕੀ ਜੀ ਨੇ ਧੰਨ ਮੱਖਣ ਸ਼ਾਹ ਲੁਬਾਣੀ ਨੂੰ ਭਾਈ ਦਾ ਖਿਤਾਬ ਦੇ ਕੇ ਨਿਵਾਜਣਾ ਕੀਤਾ। ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਭਾਈ ਹੋ, ਤੇ ਭਾਈ ਦਾ ਖਿਤਾਬ ਮੱਖਣ ਸ਼ਾਹ ਲੁਬਾਣੀ ਨੂੰ ਦੇ ਕੇ ਮਾਤਾ ਨਾਨਕੀ ਜੀ ਨੇ ਨਿਵਾਜਿਆ। ਇਸੇ ਕਰਕੇ ਹਰ ਸਾਲ ਗੁਰ ਲਾਧੋ ਰੇ ਦਿਵਸ, ਇੰਜ ਕਹਿ ਦਈਏ 22 ਪਖੰਡੀਆਂ ਦੇ ਵਿੱਚੋਂ ਅਸਲੀ ਗੁਰੂ ਦੀ ਪਹਿਚਾਣ ਦਾ ਜੋ ਦਿਨ ਹੈ, ਉਹ ਹਰ ਸਾਲ ਰੱਖੜ ਪੁੰਨਿਆਂ ਦੇ ਦਿਹਾੜੇ ਦੇ ਉੱਤੇ ਇਸ ਅਸਥਾਨ ਤੇ ਬਹੁਤ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ ਕਿ ਮਾਤਾ ਨਾਨਕੀ ਜੀ ਨੇ ਵੀ ਮੱਖਣ ਸ਼ਾਹ ਲੁਬਾਣੀ ਨੂੰ ਭਾਈ ਦਾ ਖਿਤਾਬ ਦੇ ਕੇ ਨਿਵਾਜਿਆ। ਇਹ ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਭਾਈ ਹੈ, ਜਿਸ ਭਾਈ ਨੇ ਇਸ ਅਸਥਾਨ ਦੇ ਉੱਤੇ ਸਮੁੱਚੀਆਂ ਭੈਣਾਂ ਦੇ ਭਰਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਭਰਾ ਬਣ ਕੇ ਮੱਖਣ ਸ਼ਾਹ ਲੁਬਾਣੀ ਨੇ ਇਸ ਥਾਂ ਦੇ ਉੱਤੇ ਪ੍ਰਗਟ ਕੀਤਾ। ਉਹ ਭਾਈ ਦਿਵਸ ਨੂੰ ਜਿਹੜਾ ਉਹ ਭੈਣਾਂ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਭਾਈ ਦਾ ਸਤਿਕਾਰ ਦਿੰਦਿਆਂ ਮੱਖਣ ਸ਼ਾਹ ਲੁਬਾਣੀ ਨੂੰ ਇਸ ਅਸਥਾਨ ਦੇ ਉੱਤੇ ਗੁਰ ਲਾਧੋ ਰੇ ਪੁਰਬ ਜਿਹੜਾ ਉਹ ਇਲਾਕੇ ਦੀਆਂ ਸੰਗਤਾਂ ਬੜੀ ਸ਼ਰਧਾ ਸਤਿਕਾਰ ਸਹਿਤ ਮਨਾਉਂਦੀਆਂ ਨੇ। ਹਰ ਸਾਲ 3 ਦਿਨ ਲਗਾਤਾਰ ਇਹਨਾਂ ਅਸਥਾਨਾਂ ਦੇ ਉੱਤੇ ਜੋੜ ਮੇਲ ਹੁੰਦਾ ਹੈ। ਇਹਨਾਂ ਅਸਥਾਨਾਂ ਤੇ ਗੁਰ ਲਾਧੋ ਰੇ ਪੁਰਬ ਮਨਾਉਂਦਿਆਂ ਇਲਾਕੇ ਦੀਆਂ ਸੰਗਤਾਂ ਵੱਲੋਂ ਉਸ ਭਾਈ ਦਾ ਸਤਿਕਾਰ ਕਰਦਿਆਂ ਮੱਖਣ ਸ਼ਾਹ ਜਿਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਸ ਅਸਥਾਨ ਤੇ ਪ੍ਰਗਟ ਕੀਤਾ,
22 ਦੰਬੀਆਂ ਤੇ ਪਖੰਡੀਆਂ ਦੇ ਵਿੱਚੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਅਸਲੀਅਤ ਨੂੰ ਸੰਸਾਰ ਦੇ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਕੀਤਾ। ਉਹ ਮੱਖਣ ਸ਼ਾਹ ਲੁਬਾਣੀ ਦਾ ਸਤਿਕਾਰ ਕਰਦੇ ਆ, ਮੱਖਣ ਸ਼ਾਹ ਲੁਬਾਣੀ ਨੂੰ ਸਤਿਕਾਰ ਭੇਟ ਕਰਦੇ ਆ। ਇਲਾਕੇ ਦੀਆਂ ਸੰਗਤਾਂ ਬੜੇ ਸਤਿਕਾਰ ਸਹਿਤ ਉਸ ਭਾਈ ਦਾ ਸਨਮਾਨ ਕਰਦੀਆਂ ਨੇ ਔਰ ਇਸ ਅਸਥਾਨ ਤੇ ਵੱਡੇ ਪੱਧਰ ਦੇ ਉੱਤੇ ਪਹੁੰਚ ਕੇ ਸੰਗਤਾਂ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਨਤਮਸਤਕ ਹੁੰਦੀਆਂ ਨੇ। 26 ਸਾਲ 9 ਮਹੀਨੇ 13 ਦਿਨ ਦੇ ਕਰੀਬ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਜਿੱਥੇ ਦੂਰ ਦਰਾਡੇ ਇਲਾਕੇ ਵਿੱਚ ਗੁਰਮਤਿ ਦਾ ਪ੍ਰਚਾਰ ਕੀਤਾ, ਇਸ ਅਸਥਾਨ ਤੇ ਬੈਠ ਕੇ ਪਰਮਾਤਮਾ ਦੀ ਭਜਨ ਬੰਦਗੀ ਕੀਤੀ, ਨਾਮ ਜਪਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਪਰਮਾਤਮਾ ਦਾ ਤਪ ਕੀਤਾ। ਇਸੇ ਕਰਕੇ ਇੱਥੇ ਗੁਰਦੁਆਰਾ ਭੋਰਾ ਸਾਹਿਬ ਜੋ ਇਹਨਾਂ ਅਸਥਾਨਾਂ ਤੇ ਬਣਿਆ ਹੋਇਆ, ਜਿੱਥੇ ਬਹਿ ਕੇ ਇਕਾਂਤਵਾਸ ਹੋ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਈ ਘੰਟੇ ਪਰਮਾਤਮਾ ਦਾ ਸਿਮਰਨ ਕਰਦੇ ਸਨ, ਪਰਮਾਤਮਾ ਦੀ ਬੰਦਗੀ ਕਰਦੇ ਸਨ। ਸੰਗਤਾਂ ਇੱਥੇ ਆ ਕੇ ਨਤਮਸਤਕ ਹੋ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ। ਤਕਰੀਬਨ ਦੁਪਹਿਰ ਦੀ 2 ਵਜੇ ਤੋਂ ਲੈ ਕੇ ਦੀਵਾਨ ਆਰੰਭ ਹੋ ਜਾਣੇ ਨੇ। ਪੰਥ ਦੇ ਪ੍ਰਸਿੱਧ ਰਾਗੀ ਢਾਡੀ ਕਥਾਵਾਚਕ ਪ੍ਰੇਮ ਸਹਿਤ ਆ ਕੇ ਗੁਰ ਇਤਿਹਾਸ ਗੁਰਬਾਣੀ ਵਿਚਾਰ ਸੰਗਤਾਂ ਨੂੰ ਸਰਵਣ ਕਰਾਉਣ ਵਾਸਤੇ ਇੱਥੇ ਪਹੁੰਚ ਰਹੇ ਨੇ। ਲਗਾਤਾਰ 21, 22 ਤੇ 23 ਤਰੀਕ ਨੂੰ 3 ਦਿਨ ਇਹਨਾਂ ਅਸਥਾਨਾਂ ਦੇ ਉੱਤੇ ਇਹ ਸੰਗਤਾਂ ਦਾ ਜੋੜ ਮੇਲ ਹੋਵੇਗਾ ਅਤੇ 24 ਤਰੀਕ ਨੂੰ ਇਸ ਅਸਥਾਨ ਦੇ ਉੱਤੇ ਮਹਾਨ ਅੰਮ੍ਰਿਤ ਸੰਚਾਰ ਹੋਵੇਗਾ, ਕਿਉਂਕਿ ਵੈਸੇ ਹਰ ਪੂਰਨਵਾਸੀ ਨੂੰ ਇਹਨਾਂ ਅਸਥਾਨਾਂ ਤੇ ਅੰਮ੍ਰਿਤ ਸੰਚਾਰ ਹੁੰਦਾ ਹੈ, ਪਰ ਇਸ ਕਰਕੇ 22 ਤਰੀਕ ਨੂੰ ਜੋੜ ਮੇਲ ਵੱਡੇ ਪੱਧਰ ਤੇ ਹੋਣ ਕਰਕੇ ਇਸ ਵਾਰ ਇਹ ਅੰਮ੍ਰਿਤ ਸੰਚਾਰ ਜਿਹੜਾ ਉਹ 24 ਤਰੀਕ ਨੂੰ ਕੀਤਾ ਜਾ ਰਿਹਾ। ਇੱਦਾਂ ਇਹ ਲਗਾਤਾਰ 20 ਤਰੀਕ ਤੋਂ ਲੈ ਕੇ 24 ਤਰੀਕ ਤੱਕ ਇਹਨਾਂ ਅਸਥਾਨਾਂ ਦੇ ਉੱਤੇ ਇਹ ਸਮਾਗਮ ਚੱਲਣੇ ਨੇ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਮੱਖਣ ਸ਼ਾਹ ਲੁਬਾਣੀ ਦਾ ਸਤਿਕਾਰ ਕਰਦੇ ਹਾਂ। ਗੁਰਲਾਦੋਰੇ ਪੁਰਬ ਨੂੰ ਸਮਰਪਿਤ ਹੋ ਕੇ ਹਰ ਸਾਲ ਪਿਆਰ ਤੇ ਸਤਿਕਾਰ ਸਹਿਤ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮੁਬਾਰਕ ਚਰਨਾਂ ਵਿੱਚ ਸਜਦਾ ਕਰਨ ਵਾਸਤੇ ਪਹੁੰਚੀਏ, ਗੁਰੂ ਸਾਹਿਬ ਜੀ ਦੀਆਂ ਅਸੀਸਾਂ ਪ੍ਰਾਪਤ ਕਰੀਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਨਯੋਗ ਬੀਬੀ ਜਗੀਰ ਕੌਰ ਜੀ ਔਰ ਇੱਥੋਂ ਦੇ ਮੈਨੇਜਰ ਸਰਦਾਰ ਸਤਿੰਦਰ ਸਿੰਘ ਜੀ ਬਾਜਵਾ ਔਰ ਇੱਥੋਂ ਦੇ ਸਮੁੱਚੇ ਪ੍ਰਬੰਧਕ ਸਾਹਿਬਾਨ ਬੜੇ ਸੁਚੱਜੇ ਢੰਗ ਦੇ ਨਾਲ ਸੰਗਤਾਂ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੀ ਆਮਦ ਵਾਸਤੇ ਬੜੇ ਸੁਚੱਜੇ ਪ੍ਰਬੰਧ ਕੀਤੇ ਗਏ ਨੇ। ਲੰਗਰਾਂ ਦੇ ਪ੍ਰਬੰਧ ਕੀਤੇ ਗਏ ਨੇ, ਜੋੜੇ ਘਰ ਦੇ ਪ੍ਰਬੰਧ ਕੀਤੇ ਗਏ ਨੇ, ਸਾਈਕਲ ਸਟੈਂਡ ਦੇ ਪ੍ਰਬੰਧ ਕੀਤੇ ਗਏ ਨੇ। ਹਰ ਪ੍ਰਕਾਰ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਦੀ ਆਮਦ ਵਾਸਤੇ ਪਹਿਲੇ ਸੁਚੱਜੇ ਪ੍ਰਬੰਧ ਕੀਤੇ ਨੇ ਤਾਂ ਕਿ ਸੰਗਤਾਂ ਨੂੰ ਆਉਣ ਵਿੱਚ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਹੋ ਸਕੇ। ਇਸ ਕਰਕੇ ਇਹ ਗੁਰਲਾਦੋਰੇ ਪੁਰਬ ਜਿਹੜਾ ਹੈ ਉਹ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਹਰ ਸਾਲ ਇਹਨਾਂ ਅਸਥਾਨਾਂ ਤੇ ਮਨਾਏ ਜਾਂਦੇ। ਭਾਈ ਸਾਹਿਬ ਜੀ ਤੁਸੀਂ ਬੜਾ ਵਿਸਥਾਰ ਦੇ ਨਾਲ ਦੱਸਿਆ, ਪਰ ਜਦੋਂ ਆਮ ਪਬਲਿਕ ਦੇ ਵਿੱਚ ਦੇਖੀਦਾ ਤੇ ਉੱਥੇ ਇੱਕੋ ਆਵਾਜ਼ ਹੁੰਦੀ ਹੈ ਜੀ ਰੱਖੜ ਪੁੰਨਿਆਂ ਦਾ ਮੇਲਾ। ਉਹ ਕਈ ਵਾਰ ਨਾ ਇਹ ਦੇਖ ਕੇ ਹੁੰਦਾ ਕਿ ਮਤਲਬ ਜਿਹੜਾ ਗੁਰੂ ਲਾਦੋਰੇ ਦਿਵਸ ਆ ਉਹ ਸਿਰਫ ਤਾਂ ਸਿਰਫ ਰੱਖੜ ਪੁੰਨਿਆਂ ਦੇ ਮੇਲੇ ਦੇ ਵਿੱਚ ਹੀ ਜਿਹੜਾ ਉਹ ਗਵਾਚ ਜਾਂਦਾ, ਸਿਰਫ ਰੱਖੜ ਪੁੰਨਿਆਂ ਦਾ ਮੇਲਾ ਹੀ ਨਾ ਹਰ ਇੱਕ ਦੇ ਚੜ੍ਹਦਾ। ਕਿਉਂਕਿ ਜੇ ਹੁਣ ਨਵੀਂ ਜਨਰੇਸ਼ਨ ਦੀ ਗੱਲ ਕਰ ਲਈਏ ਤੇ ਮੇਰਾ ਖਿਆਲ ਆ ਉਹ ਕਿਸੇ ਨੂੰ ਗੁਰੂ ਲਾਦੋਰੇ ਦਿਵਸ ਦੇ ਨਾਲ ਕੋਈ ਇੰਨਾ ਮਤਲਬ ਤਾਲੁਕ ਨਹੀਂ ਹੁੰਦਾ, ਉਹ ਸਿਰਫ ਰੱਖੜ ਪੁੰਨਿਆਂ ਨੂੰ ਮੰਨ ਕੇ ਚੱਲਦੇ। ਇਸ ਬਾਰੇ ਤੁਸੀਂ ਕਹੋਗੇ? ਸੋ ਅਸਲ ਵਿੱਚ ਰੱਖੜ ਪੁੰਨਿਆ ਜਿਵੇਂ ਕਿ ਭੈਣ ਭਰਾ ਦੇ ਇੱਕ ਪਿਆਰ ਨੂੰ ਦੁਹਰਾਉਂਦਾ ਇਹ ਤਿਉਹਾਰ ਹੈ। ਭਾਵੇਂ ਕਿ ਰੱਖੜੀ ਦੇ ਨਾਲ ਭੈਣ ਭਰਾ ਦਾ ਪਿਆਰ ਕੇਵਲ ਇੱਕ ਧਾਗੇ ਦੇ ਵਿੱਚ ਨਹੀਂ ਬੰਨਿਆ ਹੁੰਦਾ ਜੀ, ਔਰ ਗੁਰੂ ਦੇ ਸਿੱਖ ਜਿਹੜੇ ਨੇ ਉਹ ਸਮੁੱਚੀ ਮਾਨਵਤਾ ਦੇ ਨਾਲ ਭਾਈਆਂ ਵਾਲਾ ਪਿਆਰ ਕਰਦੇ ਨੇ। ਪਰ ਅਸਲ ਵਿੱਚ ਗੁਰਲਾਦੋਰੇ ਪੁਰਬ ਇੱਥੇ ਮਨਾਉਣ ਦਾ ਸਾਡਾ ਮੁੱਖ ਮਕਸਦ ਇਹ ਹੁੰਦਾ ਹੈ ਕਿ ਉਸ ਦਿਨ 22 ਪਖੰਡੀਆਂ ਦੇ ਵਿੱਚੋਂ ਗੁਰੂ ਸਾਹਿਬ ਜੀ ਨੇ ਨਕਲੀਆਂ ਦੇ ਵਿੱਚੋਂ ਅਸਲੀ ਦੀ ਪਹਿਚਾਣ ਕੀਤੀ ਤੇ ਇੱਦਾਂ ਸਾਨੂੰ ਵੀ ਅੱਜ ਦੇ ਸਮੇਂ 'ਚ ਹਜ਼ਾਰਾਂ ਨਕਲੀ ਬੈਠੇ ਨੇ, ਉਹਨਾਂ ਦੇ ਵਿੱਚੋਂ ਅਸਲੀ ਦੀ ਪਹਿਚਾਣ ਕਰਨੀ ਆਉਣੀ ਚਾਹੀਦੀ ਹੈ। ਵੈਸੇ ਤੇ ਇਹ ਦਿਨ ਉਸ ਵਿਚਾਰਧਾਰਾ ਨੂੰ ਸਮਰਪਿਤ ਹੈ ਕਿ ਸਾਨੂੰ ਵੀ ਨਕਲੀਆਂ ਦੇ ਵਿੱਚੋਂ ਅਸਲੀ ਦੀ ਪਹਿਚਾਣ ਆ ਜਾਵੇ। ਦੁੱਖ ਇਸ ਗੱਲ ਦਾ ਹੁੰਦਾ ਹੈ ਕਿ ਉਦੋਂ ਨਕਲੀਆਂ ਦੇ ਵਿੱਚੋਂ ਮੱਖਣ ਸ਼ਾਹ ਲੁਬਾਣੀ ਨੇ ਅਸਲੀ ਦੀ ਪਹਿਚਾਣ ਕਰਨੀ ਔਖੀ ਸੀ, ਪਰ ਫਿਰ ਵੀ ਉਹਨਾਂ ਨੇ ਅਸਲੀ ਦੀ ਪਹਿਚਾਣ ਕਰ ਲਈ ਤੇ ਅੱਜ ਅਸੀਂ ਅਸਲੀ ਦੇ ਹੁੰਦਿਆਂ ਵੀ ਨਕਲੀਆਂ ਦੇ ਪਿੱਛੇ ਤੁਰੇ ਫਿਰਦੇ ਹਾਂ। ਬਾਕੀ ਰਹੀ ਗੱਲ ਰੱਖੜ ਪੁੰਨਿਆਂ ਦੀ, ਸੰਗਤ ਕਿਉਂਕਿ ਇਹ ਤਿਉਹਾਰ ਜਿਵੇਂ ਹੁਣ ਬੰਦੀ ਛੋੜ ਦਿਵਸ ਭਾਵੇਂ ਕਿ ਅੱਗੇ ਪਿੱਛੇ ਆਉਂਦਾ ਹੈ, ਪਰ ਆਪਾਂ ਬੰਦੀ ਛੋੜ ਦਿਵਸ ਦੀਵਾਲੀ 'ਤੇ ਮਨਾਉਂਦੇ ਹਾਂ ਕਿਉਂਕਿ ਉਹਨਾਂ ਦਿਨਾਂ ਦੇ ਅੰਦਰ ਖਾਸ ਕਰਕੇ ਸੰਗਤਾਂ ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਜਾਂਦੀਆਂ ਨੇ। ਇੱਦਾਂ ਹੀ ਇਹਨਾਂ ਦਿਨਾਂ ਦੇ ਅੰਦਰ ਇਸ ਅਸਥਾਨ 'ਤੇ ਸੰਗਤਾਂ ਰੱਖੜੀ ਦਾ
ਤਿਉਹਾਰ ਲੋਕਾਂ ਨੂੰ ਜ਼ਿਆਦਾਤਰ ਯਾਦ ਹੁੰਦਾ ਹੈ। ਤੇ ਇਹ ਪੁਰਬ ਜਿਹੜਾ ਇੱਥੇ ਵੱਡੇ ਪੱਧਰ ਤੇ ਤਾਂ ਉਹਨਾਂ ਦਿਨਾਂ 'ਚ ਮਨਾਇਆ ਜਾਂਦਾ ਹੈ। ਉਹ ਗੱਲ ਵੱਖਰੀ ਹੈ, ਸਭ ਦੀ ਆਪੋ ਆਪਣੀ ਭਾਵਨਾ ਹੈ, ਪਰ ਜਿਹੜੇ ਗੁਰਸਿੱਖ ਇਸ ਵਿਚਾਰ ਨੂੰ ਸਮਝਦੇ ਨੇ ਉਹ ਰੱਖੜ ਪੁੰਨਿਆਂ ਦੇ ਹਿਸਾਬ ਨਾਲ ਨਹੀਂ ਆਉਂਦੇ। ਉਹ ਇਸ ਵਿਚਾਰ ਨਾਲ ਆਉਂਦੇ ਨੇ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਭਰਾਤਾ ਬਣੇ ਨੇ, ਮੂੰਹ ਬੋਲੇ ਭਰਾ ਬਣੇ ਨੇ ਮੱਖਣ ਸ਼ਾਹ ਲੁਬਾਣਾ ਜੀ। ਮਾਤਾ ਨਾਨਕੀ ਨੇ ਆਪਣਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਭਰਾ ਦਾ ਖਿਤਾਬ ਦੇ ਕੇ ਨਵਾਜਿਆ। ਤੇ ਅਸੀਂ ਇਹ ਸੋਚਦੇ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇੱਕ ਭਾਈ ਦੇ ਸਦਕਾ ਜਿਹੜਾ ਉਹ ਜਗਤ ਵਿੱਚ ਜਗ ਜ਼ਾਹਰ ਹੋਣਾ ਕੀਤਾ। ਅਸੀਂ ਤੇ ਉਸ ਗੱਲ ਨੂੰ ਸਮਰਪਿਤ ਹੋ ਕੇ ਇਸ ਅਸਥਾਨ ਤੇ ਪਹੁੰਚਦੇ ਹਾਂ ਕਿ ਭਾਈ ਦਾ ਆਪਾਂ ਸਤਿਕਾਰ ਕਰਨਾ, ਜਿਵੇਂ ਭੈਣਾਂ ਭਰਾ ਦਾ ਸਤਿਕਾਰ ਕਰਦੀਆਂ ਕਹਿ ਦਈਏ। ਸਾਡਾ ਤੇ ਇਸ ਪੁਰਬ ਨਾਲ ਉਹ ਸੰਬੰਧ ਹੈ ਕਿ ਭੈਣਾਂ ਨੇ ਭਰਾ ਦਾ ਸਤਿਕਾਰ ਕੀਤਾ, ਜਿਵੇਂ ਮਾਤਾ ਨਾਨਕੀ ਨੇ ਭਾਈ ਦਾ ਸਤਿਕਾਰ ਕੀਤਾ, ਭਾਈ ਦਾ ਖਿਤਾਬ ਦੇ ਕੇ ਨਿਵਾਜਿਆ। ਤੇ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਸਥਾਨ ਤੇ ਆ ਕੇ ਇੰਜ ਕਹਿ ਦਈਏ ਇਹ ਗੁਰਪੁਰਬ ਨੂੰ ਆ ਕੇ ਮਨਾਉਂਦਾ ਹੈ। ਤੇ ਗੁਰੂ ਸਾਹਿਬ ਜੀ ਨੇ ਤੇ ਸਪਸ਼ਟ ਹੀ ਬਚਨ ਕਹੇ ਨੇ ਗੁਰਬਾਣੀ 'ਚ ਕਿ ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣਾ ਭਾਣਾ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੇ। ਗੁਰੂ ਦਾ ਅਸਲੀ ਭਾਈ ਤੇ ਹੈ ਹੀ ਉਹ, ਗੁਰੂ ਦਾ ਖੂਨ ਦਾ ਰਿਸ਼ਤਾ ਹੈ ਹੀ ਉਹਦੇ ਨਾਲ, ਜਿਹੜਾ ਅਸਲ ਵਿੱਚ ਗੁਰੂ ਦੀ ਵਿਚਾਰਧਾਰਾ ਨੂੰ ਆਪਣੇ ਹਿਰਦੇ 'ਚ ਵਸਾਉਂਦਾ। ਅਸੀਂ ਇਹ ਭਾਵਨਾ ਨਾ ਲੈ ਕੇ ਆਈਏ ਕਿ ਇੱਥੇ ਰੱਖੜ ਪੁੰਨਿਆਂ ਦੇ ਦਿਹਾੜੇ ਤੇ ਆਪਾਂ ਰੱਖੜੀਆਂ ਬੰਨ੍ਹਣ ਵਾਸਤੇ ਹੀ ਆਉਣਾ ਹੈ, ਕਿਉਂਕਿ ਰੱਖੜੀ ਦੇ ਨਾਲ ਸਿੱਖ ਦਾ ਕੋਈ ਸੰਬੰਧ ਨਹੀਂ। ਵੈਸੇ ਆਪਾਂ ਜੇ ਵੇਖੀਏ ਤੇ ਕਈ ਵਾਰੀ ਲੋਕਾਂ ਨੇ ਗੁੱਟਾਂ ਦੇ ਉੱਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਗੁੱਟ ਤੇ ਬੇਬੇ ਨਾਨਕੀ ਨੂੰ ਰੱਖੜੀ ਬੰਨ੍ਹਦਿਆਂ ਦਰਸਾਇਆ ਗਿਆ ਇਤਿਹਾਸ ਦੇ ਅੰਦਰ। ਉਹ ਕਾਲਪਨਿਕ ਤਸਵੀਰਾਂ ਜਿਹੜੀਆਂ ਨੇ ਉਹ ਇਸ ਗੱਲ ਨੂੰ ਸਿੱਧ ਕਰਦੀਆਂ ਨੇ ਕਿ ਸ਼ਾਇਦ ਬੇਬੇ ਨਾਨਕੀ ਨੇ ਗੁਰੂ ਨਾਨਕ ਦੇ ਹੱਥ ਦੇ ਉੱਤੇ ਰੱਖੜੀ ਬੰਨ੍ਹੀ, ਬਲਕਿ ਗੁਰੂ ਸਾਹਿਬ ਜੀ ਐਸੇ ਵਹਿਮਾਂ ਤੇ ਭਰਮਾਂ ਦਾ ਖੰਡਨ ਕਰਦੇ ਸਨ। ਸੋ ਸਾਨੂੰ ਇਸ ਵਹਿਮ ਭਰਮ ਦੇ ਵਿੱਚ ਪੈਣ ਦੀ ਬਜਾਏ ਬਲਕਿ ਇਸ ਦਿਨ ਤੇ ਸਾਨੂੰ ਇਸ ਕਰਕੇ ਸਜਦਾ ਕਰਨਾ ਚਾਹੀਦਾ ਹੈ ਕਿ ਇੱਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮੂੰਹ ਬੋਲੇ ਭਾਈ ਮੱਖਣ ਸ਼ਾਹ ਲੁਬਾਣੇ ਨੇ ਇਸ ਦਿਨ ਤੇ ਆ ਕੇ ਵਾਕਈ ਇੱਕ ਭਾਈਆਂ ਵਾਲਾ ਰਿਸ਼ਤਾ ਜਿਹੜਾ ਸੀ ਉਹ ਨਿਭਾਇਆ ਸੀ। ਤੇ ਇਹ ਭੈਣਾਂ ਭਰਾਵਾਂ ਦਾ ਪਿਆਰ ਇਦਾਂ ਹੀ ਵੱਧਦਾ ਜਦੋਂ ਆਪਾਂ ਗੁਰੂ ਦੇ ਨਾਲ ਮੇਲ ਜੋਲ ਕਰਦੇ ਹਾਂ। ਤੇ ਇਹ ਮੇਲ ਜੋਲ ਜਿਹੜਾ ਸਾਡਾ ਮੱਖਣ ਸ਼ਾਹ ਲੁਬਾਣੀ ਦੇ ਪਿਆਰ ਨੂੰ ਉਤਸ਼ਾਹਿਤ ਕਰਦਾ। ਜਿਵੇਂ ਕਿ ਮੱਖਣ ਸ਼ਾਹ ਲੁਬਾਣਾ ਆਮ ਬਿਰਤੀ ਜੋ ਲੋਕਾਂ ਦੀ ਜਿੱਥੇ ਕਿ ਟਿਕੀ ਹੋਈ ਹੈ, ਇੱਥੇ ਕੀ ਟਿਕੀ ਹੋਈ ਆ ਕਿ ਮੱਖਣ ਸ਼ਾਹ ਡੁੱਬਦੇ ਜਹਾਜ਼ ਨੂੰ ਜਦੋਂ ਅਰਦਾਸ ਬੇਨਤੀ ਕੀਤੀ ਤੇ ਉਹ 500 ਮੋਹਰਾਂ ਸੁੱਖ ਲਈਆਂ। 500 ਮੋਹਰਾਂ ਭੇਟ ਕਰਨ ਆਉਂਦੇ ਸਿਰਫ ਉਸ ਸਮੇਂ ਹੀ, ਕੁੱਲ ਮਿਲਾ ਕੇ ਇੱਥੋਂ ਤੱਕ ਕਿ ਮੋਹਰਾਂ ਚੜਾਉਣ ਤੱਕ ਹੀ ਆ ਕੇ ਸਮੇਟ ਦਿੰਦੇ। ਜਦੋਂ ਕਿ ਜਿਵੇਂ ਤੁਸਾਂ ਵੀ ਦੱਸਿਆ ਕਿ ਮੱਖਣ ਸ਼ਾਹ ਲੁਬਾਣੇ ਦਾ ਇਹ ਗੁਰੂ ਸਾਹਿਬ ਜੀ ਦੇ ਗੁਰੂ ਘਰ ਦੇ ਨਾਲ ਸੰਬੰਧ ਜਿਹੜਾ ਉਹਨਾਂ ਦੇ ਪੁਰਖਿਆਂ ਦਾ ਰਿਹਾ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲਾ ਕੇ ਹੀ ਉਹਨਾਂ ਦਾ ਜਿਹੜਾ ਇਹ ਸੰਬੰਧ ਜੁੜਿਆ ਆ। ਜਿਵੇਂ ਕਿ ਉਹਨਾਂ ਦੇ ਸ਼ਾਇਦ ਪੜਦਾਦਾ ਜੀ ਤੋਂ ਵੀ ਪਿਛਲੀ ਪੀੜ੍ਹੀ ਸੀਗੀ ਜਿਹੜੀ ਸੌਣ ਮੱਲ ਸਿੰਘ ਦੇਵ ਜੀ ਦੇ ਨਾਲ ਉਹਨਾਂ ਦੇ ਦਰਸ਼ਨ ਹੁੰਦੇ ਆ। ਤੇ ਉੱਥੋਂ ਇਹ ਜਿਹੜੀ ਆ ਪੀੜ੍ਹੀ ਦਰ ਪੀੜ੍ਹੀ ਜਿਹੜੇ ਗੁਰੂ ਘਰ ਦੇ ਨਾਲ ਉਹ ਜੁੜੇ ਰਹੇ ਨੇ। ਤੇ ਇਸ ਸਮੇਂ ਵੀ ਆ ਕੇ ਉਹਨਾਂ ਨੇ ਤਦ ਹੀ ਗੁਰੂ ਨਾਨਕ ਦੇਵ ਜੀ ਦੀ 9ਵੀਂ ਗੱਦੀ ਨੂੰ ਜਿਹੜਾ ਉਹ ਆਣ ਕੇ ਤੇ ਸਮਰਪਿਤ ਹੋਏ, ਇੱਥੇ ਆਣ ਕੇ ਉਹਨਾਂ ਨੇ ਮੁਹਰਾਂ ਚੜਾਈਆਂ। ਸੋ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਬੜੇ ਵਿਸਥਾਰ ਦੇ ਨਾਲ ਜਿਹੜਾ ਗੁਰੂ ਸਾਹਿਬ ਜੀ ਦੇ ਇਹਨਾਂ ਅਸਥਾਨਾਂ ਦੇ ਬਾਰੇ ਚਾਨਣਾ ਪਾਇਆ। ਆਸ ਕਰਦੇ ਹਾਂ ਕਿ ਇਸ ਚੀਜ਼ ਨੂੰ ਵੀ ਰੱਖੜ ਪੁੰਨਿਆਂ ਤੋਂ ਹਟ ਕੇ ਸਿਰਫ ਧਾਗਿਆ ਬੰਧਨ ਉਹਨਾਂ ਤੋਂ ਹਟ ਕੇ ਪਿੱਛੇ ਜਾ ਕੇ ਆਪਾਂ ਨੂੰ ਆਪਣੇ ਗੁਰ ਇਤਿਹਾਸ ਦੇ ਨਾਲ ਵੀ ਜੁੜਨਾ ਚਾਹੀਦਾ। ਸੋ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਹੁਣ ਤੁਸੀਂ ਜਿਵੇਂ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਉਗਰਾ ਪਾਸੋਂ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਸਾਰਾ ਇਤਿਹਾਸ ਸਰਵਣ ਕੀਤਾ, ਕਿਸ ਤਰ੍ਹਾਂ ਉਹ ਇੱਥੇ ਪ੍ਰਗਟ ਹੁੰਦੇ ਨੇ, ਕਿਸ ਤਰ੍ਹਾਂ ਭਾਈ ਮੱਖਣ ਸ਼ਾਹ ਲੁਬਾਣਾ ਜੀ ਜਿਨ੍ਹਾਂ ਨੂੰ ਭਾਈ ਸਾਹਿਬ ਦਾ ਖਿਤਾਬ ਦਿੱਤਾ ਗਿਆ ਸੀ, ਉਹਨਾਂ ਨੇ ਬਾਬਾ ਬਕਾਲਾ ਸਾਹਿਬ ਦੀ ਪਵਿੱਤਰ ਧਰਤੀ ਤੇ ਆ ਕੇ ਗੁਰੂ ਸਾਹਿਬ ਜੀ ਦੀ ਖੋਜ ਕੀਤੀ ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪ੍ਰਗਟ ਕੀਤਾ। ਹੁਣ ਚੱਲਦੇ ਹਾਂ ਮੇਰੇ ਨਾਲ ਪਬਲਿਕ ਪ੍ਰਾਈਮ ਟੀਵੀ ਤੋਂ KV ਸਿੱਧੂ ਦੇ ਨਾਲ ਗੁਰਮੇਜ ਸਿੰਘ ਸੈਦੋਲੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।